ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਜੁੜ ਰਹੀਆਂ ਸਮੂਹ ਸੰਗਤਾਂ, ਆਓ ਆਰੰਭਤਾ ਕਰਨੀ ਕਰੀਏ ਪਾਵਨ ਅੰਕ 64 ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ 17ਵੀਂ ਅਤੇ ਆਖਰੀ ਅਸ਼ਟਪਦੀ ਦੀ ਆਰੰਭਤਾ ਜਿਹੜੀ ਉਹ ਕਰਨੀ ਕਰੀਏ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪਹਿਲਾ ਘਰ ਦੂਜਾ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣੈ ਕੀ ਧੋਖ। ਮੁਕਾਮ ਤੋਂ ਭਾਵ ਪੱਕਾ ਟਿਕਾਣਾ, ਕਿ ਪੱਕਾ ਹੀ ਟਿਕਾਣਾ ਜਿਹੜਾ ਉਹ ਸਮਝ ਲੈਣਾ ਕਿ ਇੱਥੇ ਮੁਕਾਮ ਹੈ। ਕਰ ਘਰ ਬੈਸਣਾ, ਨਿਤ ਚੱਲਣੈ ਕੀ ਧੋਖ। ਧੋਖ ਤੋਂ ਭਾਵ ਧੁਖ ਦੁਖੀ ਚਿੰਤਾ। ਪਾਤਸ਼ਾਹ ਜੀ ਆਖਣ ਲੱਗੇ ਕਿ ਜਿਹੜਾ ਮਨੁੱਖ ਹੈ ਦੁਨੀਆ ਨੂੰ ਆਪਣੇ ਰਹਿਣ ਲਈ ਪੱਕਾ ਟਿਕਾਣਾ ਸਮਝ ਕੇ ਘਰ ਵਿੱਚ ਬੈਠ ਜਾਣਾ ਵੀ ਮਨੁੱਖ ਨੂੰ ਮੌਤ ਵੱਲੋਂ ਬੇਫਿਕਰ ਨਹੀਂ ਕਰ ਸਕਦਾ, ਕਿਉਂਕਿ ਇੱਥੋਂ ਚਲੇ ਜਾਣ ਦੀ ਚਿੰਤਾ ਤਾਂ ਸਦਾ ਜਿਹੜੀ ਉਹ ਲੱਗੀ ਰਹਿੰਦੀ ਹੈ। ਨਿਤ ਚੱਲਣਾ ਕੀ ਧੋਖ। ਧੋਖ ਤੋਂ ਭਾਵ ਚਿੰਤਾ, ਧੁਖ ਦੁਖੀ ਜਿਹੜੀ ਲੱਗੀ ਰਹਿੰਦੀ ਹੈ। ਮਨੁੱਖ ਜਿੰਨਾ ਮਰਜ਼ੀ ਸਮਝ ਲਏ, ਮੁਕਾਮ ਕਰ ਕਿ ਪੱਕਾ ਟਿਕਾਣਾ ਸਮਝ ਕੇ ਹੀ ਬਣਾ ਕੇ ਹੀ ਘਰ ਬੈਸਣਾ, ਕਿ ਇੱਥੇ ਬੈਠੇ ਰਹਿਣਾ। ਸਮਝਦਾ ਜ਼ਰੂਰ ਮਨੁੱਖ ਕਿ ਮੈਂ ਬੈਠਾ ਰਹਾਂਗਾ, ਪਰ ਫਿਰ ਵੀ ਇੱਕ ਚਿੰਤਾ ਜਿਹੜੀ ਲੱਗੀ ਰਹਿੰਦੀ ਹੈ ਕਿ ਅਖੀਰ ਨੂੰ ਇੱਥੋਂ ਚਲੇ ਜਾਣਾ। ਜਿੰਨਾ ਮਰਜ਼ੀ ਕੋਈ ਬੇਪਰਵਾਹ ਹੋ ਜਾਏ, ਜਿੰਨਾ ਕੋਈ ਮਰਜ਼ੀ ਆਖੇ ਕਿ ਮੈਂ ਤਾਂ ਇੰਨੀ ਛੇਤੀ ਨਹੀਂ ਮਰਦਾ, ਪਰ ਇਹ ਪਤਾ ਥੋੜ੍ਹਾ ਕੋਈ। ਕਹਿਣ ਤੋਂ ਭਾਵ ਹੈ ਕਿ ਇੱਕ ਬੇਫਿਕਰੀ ਕਹਿੰਦਾ ਮਨੁੱਖ ਕਿ ਕੋਈ ਗੱਲ ਨਹੀਂ, ਅਜੇ ਮੈਨੂੰ ਕੁਝ ਨਹੀਂ ਹੁੰਦਾ। ਬੜੇ ਦੁਨੀਆ 'ਤੇ ਆਏ ਨੇ, ਕਹਿ ਕੇ ਕਿ ਚਲੇ ਵੀ ਗਏ ਨੇ, ਪਤਾ ਨਹੀਂ ਕਦੋਂ ਸਵਾਸ ਅਖੀਰਲਾ ਜਿਹੜਾ ਆ ਜਾਣਾ। ਪਰ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਬੇਫਿਕਰ ਕਰਦੇ ਆ ਕਿ ਕੁਛ ਨਹੀਂ ਹੁੰਦਾ, ਮੈਂ ਇੱਥੇ ਹੀ ਰਹਾਂਗਾ, ਮੇਰਾ ਪੱਕਾ ਟਿਕਾਣਾ ਇਹੀ ਸੰਸਾਰ 'ਤੇ ਰਹਿਣਾ। ਪਰ ਸਮਾਂ ਆਉਣ 'ਤੇ ਉਹ ਇੱਥੋਂ ਚਲੇ ਜਾਂਦੇ ਨੇ, ਪਰ ਇਹ ਮੌਤ ਦੀ ਉਹਨਾਂ ਨੂੰ ਧੁਖ ਦੁਖੀ ਚਿੰਤਾ ਹੈ, ਉਹ ਲੱਗੀ ਰਹਿੰਦੀ ਹੈ। ਮੁਕਾਮ ਤਾ ਪਰ ਜਾਣੀਐ, ਜਾਂ ਰਹਿ ਨਿਹਚਲ ਲੋਕ। ਹੁਣ ਪਾਤਸ਼ਾਹ ਜੀ ਇੱਥੇ ਆਖਦੇ ਨੇ ਮੁਕਾਮ ਤਾਂ ਪਰ ਜਾਣੀਏ। ਤਾਂ ਪਰ ਤੋਂ ਭਾਵ ਉਦੋਂ ਹੀ, ਤਦੋਂ ਹੀ। ਮੁਕਾਮ ਜਾਣੀਏ ਕਿ ਪੱਕਾ ਟਿਕਾਣਾ ਉਦੋਂ ਸਮਝਣਾ ਚਾਹੀਦਾ ਕਿ ਜੀਵ ਨੂੰ ਜਿਹੜਾ ਹੈ ਉਹ ਆਪਣਾ ਪੱਕਾ ਸਥਾਨ, ਕਿ ਇਹ ਪੱਕਾ ਸਥਾਨ ਤਾਂ ਸਮਝਣਾ ਚਾਹੀਦਾ ਹੈ ਜਾਂ ਰਹਿ ਨਿਹਚਲ ਲੋਕ। ਨਿਹਚਲ ਦਾ ਅਰਥ ਕੀ ਹੈ ਜੀ? ਨਿਹਚਲ ਜਿਹੜਾ ਭਾਵ ਅਟੱਲ, ਜਿਹੜਾ ਚੱਲਦਾ ਨਹੀਂ ਹੈ, ਜਿਹੜਾ ਨਾਸ਼ਵੰਤ ਨਹੀਂ ਹੈ। ਪਰ ਇੱਥੇ ਸਤਿਗੁਰੂ ਜਾਂ ਰਹਿ ਨਿਹਚਲ ਲੋਕ ਉਲਟੇ ਭਾਵ ਵਿੱਚ ਲੈ ਰਹੇ ਨੇ ਕਿ ਰਹਿਣਾ ਤੇ ਇੱਥੇ ਤਾਂ ਚਾਹੀਦਾ ਨਾ, ਪੱਕਾ ਟਿਕਾਣਾ ਤੇ ਮਨੁੱਖ ਨੂੰ ਤਾਂ ਸਮਝਣਾ ਚਾਹੀਦਾ। ਜਾਂ ਰਹਿ ਨਿਹਚਲ ਲੋਕ, ਕਿ ਜੇ ਇਹ ਸੰਸਾਰ ਨੇ ਨਿਹਚਲ ਰਹਿਣਾ ਹੋਵੇ, ਭਾਵ ਪੱਕਾ ਰਹਿਣਾ ਹੋਵੇ, ਇਹ ਤੇ ਸਾਰੇ ਸੰਸਾਰ ਦੀ ਬਿਧ ਇਵੇਂ ਹੀ ਬਣੀ ਹੈ ਕਿ ਆਈ ਜਾ ਰਹੇ ਨੇ ਜੀਵ ਅਤੇ ਜਾਈ ਜਾ ਰਹੇ ਨੇ। ਜਾਂ ਰਹਿ ਨਿਹਚਲ ਲੋਕ, ਕਿ ਜੇ ਸਾਰਿਆਂ ਨੇ ਰਹਿਣਾ ਮਨੁੱਖ ਫਿਰ ਰਹੇ। ਜਾਂ ਆਪਾਂ ਕਈ ਵਾਰ ਕੁਝ ਇੱਕ ਉਦਾਹਰਣ ਜਿਹੜੀਆਂ ਉਹ ਸਾਨੂੰ ਮਿਲਦੀਆਂ ਹੋਣਗੀਆਂ ਕਿ ਕਈ ਐਸੇ ਮਨੁੱਖ ਵੀ ਹੋਏ ਆ ਜਿਨ੍ਹਾਂ ਦੀ ਉਮਰ 100 ਸਾਲ, 125 ਸਾਲ ਜਾਂ ਜਿਹੜੀ 150 ਸਾਲ ਤੱਕ ਵੀ ਹੋਈ ਹੋਵੇ, ਕੁਝ ਇੱਕ। ਅਤੇ ਦੇਖਦੇ ਹਾਂ ਕਿ ਮਗਰਲੀ ਪੀੜ੍ਹੀ ਹੈ ਜਿਹੜੀ ਉਹ ਉਹਨਾਂ ਤੋਂ ਪਹਿਲਾਂ ਚਲੀ ਜਾਂਦੀ ਹੈ। ਫਿਰ ਉਹਨਾਂ ਦਾ ਸਰੀਰ ਉਹਨਾਂ ਦਾ ਸਾਥ ਨਹੀਂ ਦਿੰਦਾ, ਭਾਵੇਂ ਕਿ ਉਹ ਸਮਝਦੇ ਹੋਣ
ਜਾਂ ਨਾਮ ਹੀ ਸਮਝਦੇ ਹੋਣ ਕਿ ਮਾਲਕ ਨੇ ਉਹਨਾਂ ਦੇ ਜਿੰਨੇ ਸਵਾਸ ਲਿਖੇ ਉਹਨਾਂ ਨੂੰ ਭੁਗਤਣੇ ਪੈਣੇ, ਭਾਵੇਂ 125 ਸਾਲ ਜਿਉਣ, ਭਾਵੇਂ 30 ਸਾਲ 35 ਸਾਲ, ਪਰ ਉਹਨੇ ਸਵਾਸ ਭੁਗਤਣੇ ਪੈਂਦੇ। ਪਰ ਜੋ ਪਿਛਲੀ ਪੀੜ੍ਹੀ ਹੁੰਦੀ ਹੈ ਉਹ ਕਈ ਵਾਰ ਆਪਣੇ ਸਵਾਸ ਭੁਗਤ ਕੇ ਚਲੀ ਜਾਂਦੀ, ਫਿਰ ਉਹਨਾਂ ਦੀ ਬਹੁਤੀ ਜੀ ਕੀੜੀ ਹੁੰਦੀ ਹੈ, ਪੁੱਛ ਗਿੱਛ ਵੀ ਨਹੀਂ ਹੁੰਦੀ। ਇਸੇ ਤਰ੍ਹਾਂ ਮਾਲਕ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਜੇ ਇਸ ਸੰਸਾਰ ਨੇ ਥਿਰ ਰਹਿਣਾ ਤੇ ਤਾਂ ਤੂੰ ਸਮਝ ਕਿ ਮੈਂ ਵੀ ਥਿਰ, ਪਰ ਜੇ ਇਸ ਸੰਸਾਰ ਨੇ ਨਹੀਂ ਰਹਿਣਾ, ਜੋ ਜੀਵ ਆਈ ਜਾ ਰਹੇ ਨੇ ਜਾਈ ਜਾ ਰਹੇ ਨੇ, ਫਿਰ ਤੂੰ ਪੱਕਾ ਟਿਕਾਣਾ ਕਿਉਂ ਸਮਝ ਰਿਹਾ ਹੈ। ਦੁਨੀਆ ਕੈਸ ਮੁਕਾਮੇ, ਕੈਸ ਮੁਕਾਮੇ, ਕੈਸ ਤੋਂ ਭਾਵ ਕਿਵੇਂ, ਮੁਕਾਮੇ ਤੋਂ ਭਾਵ ਪੱਕਾ ਟਿਕਾਣਾ, ਕਿ ਦੁਨੀਆ ਕਿ ਇਹ ਜਗਤ ਜੀਵਾਂ ਵਾਸਤੇ ਸਦਾ ਰਹਿਣ ਵਾਲੀ ਥਾਂ ਜਿਹੜਾ ਹੈ ਨਹੀਂ ਹੋ ਸਕਦਾ, ਕਿ ਕੋਈ ਇੱਥੇ ਸਦਾ ਦੇ ਲਈ ਨਹੀਂ ਰਹਿ ਸਕਦਾ। ਹਾਂ, ਗੁਰੂ ਅਤੇ ਕਰਤਾਰ ਜ਼ਰੂਰ ਹੈ, ਕਿ ਜਿਹੜੇ ਆਦਿ ਸੱਚ ਜੁਗਾਦ ਸੱਚ, ਕਿ ਉਹ ਜ਼ਰੂਰ ਹੈ। ਕਰ ਸਿਦਕ ਕਰਨੀ ਖਰਚ ਬੰਧੋ, ਲਾਗ ਰਹੋ ਨਾਮੇ। ਇਹਦੇ ਵਿੱਚ ਦੋ ਵਿਸ਼ਰਾਮ ਨੇ, ਕਰ ਸਿਦਕ ਕਰਨੀ ਖਰਚ ਬੰਧੋ, ਲਾਗ ਰਹੋ ਨਾਮੇ। ਪਾਤਸ਼ਾਹ ਜੀ ਆਖਣ ਲੱਗੇ ਸਿਦਕ ਤੋਂ ਭਾਵ ਸ਼ਰਧਾ, ਕਰਨੀ ਤੋਂ ਭਾਵ ਉੱਚਾ ਆਚਰਣ, ਅਤੇ ਨਾਮੇ ਤੋਂ ਭਾਵ ਨਾਮ ਵਿੱਚ। ਪਾਤਸ਼ਾਹ ਜੀ ਸਮਝਾ ਰਹੇ ਕਿ ਇਸ ਵਾਸਤੇ ਆਪਣੇ ਹਿਰਦੇ ਵਿੱਚ ਸ਼ਰਧਾ ਧਾਰ ਕੇ ਉੱਚੇ ਆਤਮਿਕ ਜੀਵਨ ਨੂੰ ਆਪਣੀ ਜੀਵਨ ਸਫਰ ਲਈ ਖਰਚ ਤਿਆਰ ਕਰ ਤੇ ਪੱਲੇ ਬੰਨ, ਅਤੇ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਰਹੇ। ਇਹੀ ਪਾਤਸ਼ਾਹ ਜੀ ਰਹਿਮਤ ਕਰ ਰਹੇ ਕਿ ਕਰ ਸਿਦਕ ਸ਼ਰਧਾ ਧਾਰ ਅਤੇ ਕਰਨੀ ਖਰਚ ਬੰਧੋ, ਕਿ ਆਪਣੇ ਚੰਗੇ ਕਰਮਾਂ ਨੂੰ, ਉੱਚੇ ਆਚਰਣ ਨੂੰ ਜਿਹੜਾ ਹੈ ਉਹ ਆਪਣੇ ਰਸਤੇ ਦੀ ਪੂੰਜੀ ਬਣਾ, ਕਿ ਜਿਹੜੀ ਤੇਰੀ ਉਸ ਮਾਲਕ ਦੇ ਮਿਲਣ ਦੇ ਨਾਲ ਸਮਰੱਥ ਹੋਵੇ। ਦੁਨੀਆ ਦੇ ਧਨ ਪਦਾਰਥਾਂ ਵੱਲ ਨਾ ਜੁੜ, ਇਹਨਾਂ ਨੇ ਨਾਲ ਨਹੀਂ ਨਿਭਣਾ। ਚੰਗਾ ਆਚਰਣ, ਚੰਗੀ ਤੇਰੀ ਕਰਨੀ, ਚੰਗੇ ਤੇਰੇ ਕਰਮ ਹੀ ਤੇਰੇ ਨਾਲ ਨਿਭਣੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਣੀ ਪੂੰਜੀ ਬਣਾ ਅਤੇ ਲਾਗ ਰਹੋ ਨਾਮੇ, ਤੇ ਮਾਲਕ ਦੇ ਨਾਮ ਵਿੱਚ ਜੁੜਿਆ ਰਹਿ। ਰਹਾਉ ਜੋਗੀ ਤਾਂ ਆਸਣ ਕਰ ਬਹਿ, ਮੁੱਲਾ ਬਹਿ ਮੁਕਾਮ। ਹੁਣ ਇਸ ਸ਼ਬਦ ਦੇ ਅਰਥ ਤਕੀਆ ਵੀ ਹਨ। ਮੁਕਾਮ ਕਿ ਤਕੀਏ ਦੇ ਵਿੱਚ ਬੈਠਣਾ, ਕਿ ਜੋਗੀ ਤਾਂ ਆਸਣ ਕਰ ਬਹਿ, ਜਿਹੜੇ ਜੋਗੀ ਨੇ ਆਸਣ, ਜਿਹੜਾ ਜੋਗੀ ਹੈ ਆਸਣ ਜਮਾ ਕੇ ਬੈਠਦਾ, ਕਿ ਆਸਣ ਲਾ ਕੇ ਬੈਠ ਜਾਂਦਾ ਹੈ ਜਪ ਤਪ ਕਰਨ ਦੇ ਲਈ। ਅਤੇ ਮੁੱਲਾ ਬਹਿ ਮੁਕਾਮ, ਤੇ ਸਾਈਂ ਫਕੀਰ ਜਿਹੜੇ ਉਹ ਤਕੀਏ ਵਿੱਚ ਜਿਹੜਾ ਹੈ ਉਹ ਡੇਰਾ ਜਮਾ ਲੈਂਦਾ ਹੈ, ਕਿ ਆਪਣੀ ਤਕੀਏ ਦੇ ਵਿੱਚ ਜਿਹੜਾ ਹੈ ਉਹ ਬੈਠਦਾ ਹੈ। ਪੰਡਿਤ ਵਖਾਣਹਿ ਪੋਥੀਆਂ, ਸਿੱਧ ਬਹਿ ਦੇਵ ਸਥਾਨ। ਹੁਣ ਪਾਤਸ਼ਾਹ ਜੀ ਆਖ ਰਹੇ ਹਨ ਪੰਡਿਤ ਵਖਾਣੈ ਪੋਥੀਆਂ, ਕਿ ਪੰਡਿਤ ਧਰਮ ਅਸਥਾਨਾਂ ਵਿੱਚ ਬੈਠ ਕੇ ਧਰਮ ਪੋਥੀਆਂ ਹੋਰਨਾਂ ਨੂੰ ਸੁਣਾਉਂਦੇ ਹਨ। ਭਾਵ ਜਿਹੜੇ ਧਰਮ ਦੇ ਪੁਜਾਰੀ ਹਨ, ਉਹ ਕੋਈ ਵੀ ਹੋ ਸਕਦੇ ਨੇ, ਉਹ ਧਰਮ ਅਸਥਾਨਾਂ ਵਿੱਚ ਬੈਠ ਕੇ ਧਰਮ ਦੀਆਂ ਪੋਥੀਆਂ ਦੀ ਵਿਚਾਰ ਹੈ ਉਹ ਵਿਖਾਣਦੇ ਹਨ, ਵਿਖਿਆਨ ਕਰਦੇ ਹਨ, ਸੁਣਾਉਂਦੇ ਹਨ। ਅਤੇ ਸਿੱਧ ਬਹਿ ਦੇਵ ਸਥਾਨ, ਦੇਵ ਸਥਾਨ ਭਾਵ ਦੇਵਤੇ ਦਾ ਮੰਦਰ, ਦੇਵ ਸਥਾਨ ਦੇਵਤੇ ਦਾ ਮੰਦਰ, ਕਿ ਜਿਹੜੇ ਸਿੱਧ ਕਰਾਮਾਤੀ ਜੋਗੀ ਸ਼ਿਵ ਆਦਿਕ ਦੇ ਮੰਦਰ ਵਿੱਚ ਬੈਠਦੇ ਹਨ। ਅਤੇ ਪਰ ਆਪੋ ਆਪਣੀ ਵਾਰੀ ਸਭ ਜਗਤ ਤੋਂ ਕੂਚ ਕਰਦੇ ਜਾ ਰਹੇ ਨੇ। ਕਿ ਜਿਵੇਂ ਅਸੀਂ ਸੰਸਾਰ ਵਿੱਚ ਵੇਖਦੇ ਹਾਂ ਨਾ, ਕਿ ਇੱਕ ਸਰੀਰ ਹੈ, ਕੋਈ ਕਿਸੇ ਸੰਸਥਾ ਦਾ, ਕਿਸੇ ਮੰਦਰ ਦਾ, ਕਿਸੇ ਧਾਰਮਿਕ ਸਥਾਨ ਦਾ ਜਿਹੜਾ ਹੈ ਮੁੱਖ ਪੁਜਾਰੀ ਬਣਦਾ ਹੈ, ਜਾਂ ਜਥੇਦਾਰ ਬਣਦਾ ਹੈ, ਜਾਂ ਕੁਝ ਵੀ।
ਕਿ ਉਸ ਤੋਂ ਅਗਲੀ ਪੀੜ੍ਹੀ 'ਤੇ ਬੈਠਦਾ ਕਿ ਅੱਜ ਤੋਂ ਬਾਅਦ ਇਸ ਗੱਦੀ ਦਾ ਮਾਲਕ ਮੈਂ ਹਾਂ। ਬਣਦੇ ਸਭ ਥਾਵਾਂ 'ਤੇ ਹੁੰਦਾ, ਪਰ ਪਾਤਸ਼ਾਹ ਜੀ ਆਖਣ ਲੱਗੇ ਕਿ ਇਹ ਸਾਰਿਆਂ ਦੀ ਵਾਰੀ ਹੈ, ਬੈਠਦੇ ਜਾ ਰਹੇ ਨੇ ਅਤੇ ਇਹ ਆਪਣੀ ਵਾਰੀ ਅਨੁਸਾਰ ਅੱਗੇ ਚਲੇ ਜਾਂਦੇ ਨੇ ਅਤੇ ਉਸ ਤੋਂ ਅਗਲਾ ਜਿਹੜਾ ਹੈ ਆ ਕੇ ਫਿਰ ਬੈਠਦਾ ਜਾ ਰਿਹਾ ਹੈ। ਭਾਵੇਂ ਉਹ ਪੰਡਿਤ ਹੋਏ, ਭਾਵੇਂ ਕੋਈ ਹੋਰ ਧਰਮ ਸਥਾਨ ਦਾ ਜਿਹੜਾ ਹੈ ਮੁਖੀ ਹੋਵੇ, ਕੋਈ ਵੀ ਹੋਵੇ, ਸਾਰੇ ਹੀ ਇਸ ਸੰਸਾਰ ਤੋਂ ਜਿਹੜੇ ਹਨ ਉਹ ਤੁਰਦੇ ਜਾ ਰਹੇ ਹਨ। ਸਿੱਧ ਸੁਰ ਸਿੱਧ ਗਣ ਗੰਧਰਵ ਮੁਨ ਜਨ ਸ਼ੇਖ ਪੀਰ ਸਲਾਰ। ਪਹਿਲਾ ਵਿਸ਼ਰਾਮ ਜਾ ਕੇ ਮੁਨ ਜਨ 'ਤੇ ਹੈ। ਪਾਤਸ਼ਾਹ ਜੀ ਆਖ ਰਹੇ ਹਨ ਸੁਰ ਤੋਂ ਭਾਵ ਦੇਵਤੇ ਅਤੇ ਗਣ ਤੋਂ ਭਾਵ ਗਣ ਸ਼ਿਵ ਜੀ ਦੇ ਉਪਾਸ਼ਕ ਹੁੰਦੇ ਨੇ ਜਿਹੜੇ, ਉਹਨਾਂ ਨੂੰ ਗਣ ਆਖਿਆ ਜਾਂਦਾ। ਸ਼ਿਵ ਜੀ ਦੇ ਜਿਹੜੇ ਉਪਾਸ਼ਕ ਨੇ, ਭਗਤ ਨੇ। ਗੰਧਰਵ, ਗੰਧਰਵ ਦਾ ਤੇ ਪਤਾ ਹੀ ਹੋਣਾ ਜੀ ਸਾਰਿਆਂ ਨੂੰ। ਗੰਧਰਵ ਜਿਹੜੇ ਦੇਵਤਿਆਂ ਦੇ ਰਾਗੀ ਹੁੰਦੇ ਹੈ, ਭਾਵ ਉਹਨਾਂ ਦੀ ਵਡਿਆਈ ਕਰਦੇ, ਉਹਨਾਂ ਨੂੰ ਗੰਧਰਵ ਆਖਿਆ ਜਾਂਦਾ। ਅਤੇ ਸਲਾਰ, ਸਲਾਰ ਸ਼ਬਦ ਇਹ ਮਨੁੱਖਾਂ ਦੀ ਕੈਟਾਗਰੀ ਦੇ ਵਿੱਚ ਆਖਿਆ ਜਾਂਦਾ ਹੈ, ਨਾ ਕਿ ਕਿਸੇ ਹੋਰ ਦੇ ਵਿੱਚ। ਕਿ ਸਲਾਰ ਤੋਂ ਭਾਵ ਸਰਦਾਰ। ਪਾਤਸ਼ਾਹ ਜੀ ਆਖਣ ਲੱਗੇ ਇਹ ਹੁਣ ਇਹਨਾਂ ਸਾਰਿਆਂ ਦੀ ਜਿਹੜੀ ਗਿਣਤੀ ਕਰ ਰਹੇ ਨੇ ਕਿ ਦੇਵਤੇ ਯੋਗ ਸਾਧਨਾ ਵਿੱਚ ਪੁੱਗੇ ਜੋਗੀ, ਸ਼ਿਵ ਜੀ ਦੇ ਉਪਾਸ਼ਕ, ਗਣ, ਦੇਵਤਿਆਂ ਦੇ ਗਵਈਏ ਜਿਹੜੇ ਦੇਵਤਿਆਂ ਦੀ ਵਡਿਆਈ ਕਰਦੇ ਹੈ, ਸਮਾਧੀਆਂ ਵਿੱਚ ਚੁੱਪ ਟਿਕੇ ਰਹਿਣ ਵਾਲੇ ਮੁਨੀ ਜਨ। ਮੁਨੀ ਤੋਂ ਭਾਵ ਜਿਹੜੇ ਮੋਨੀ ਹੋਣ, ਜਿਹੜੇ ਮੂੰਹ ਤੋਂ ਬੋਲਦੇ ਨਾ ਹੋਣ, ਉਹ ਵੀ ਇੱਕ ਜਪ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਕਿ ਆਪਣੇ ਮੁਖ ਤੋਂ ਬੋਲਣਾ ਹੀ ਨਹੀਂ ਹੈ। ਇਹ ਜ਼ੁਬਾਨ, ਇਹ ਮੂੰਹ ਉਸ ਮਾਲਕ ਨੇ ਬੋਲਣ ਵਾਸਤੇ ਹੀ ਲਾਇਆ ਕਿ ਸਮਾਜ ਦੇ ਵਿੱਚ ਚੰਗੇ ਚੰਗੇ ਸ਼ਬਦ ਕੰਨਾਂ ਨਾਲ ਗ੍ਰਹਿਣ ਕਰ ਅਤੇ ਚੰਗੇ ਚੰਗੇ ਬੋਲ ਬੋਲ ਕੇ ਸੰਸਾਰ ਦੇ ਵਿੱਚ ਹੈ ਜਿਹੜਾ ਉਹ ਸੱਚ ਦੇ ਨਾਲ ਆਪ ਵੀ ਜੋੜ ਅਤੇ ਨਾਲ ਦੂਜਿਆਂ ਨੂੰ ਵੀ ਜੋੜ। ਖੈਰ, ਸ਼ੇਖ ਪੀਰ ਸਲਾਰ, ਸ਼ੇਖ ਪੀਰ ਅਤੇ ਸਰਦਾਰ ਅਖਵਾਉਣ ਵਾਲੇ ਹਨ ਜਿਹੜੇ, ਉਹ ਦਰ ਕੂਚ ਕੂਚਾ ਕਰ ਗਏ, ਅਵਰੇ ਭੇ ਚੱਲਣ ਹਾਰ। ਹੁਣ ਪਾਤਸ਼ਾਹ ਜੀ ਆਖਣਗੇ ਕੂਚ ਕੂਚਾ ਦਾ ਕੀ ਹੈ ਜੀ ਅਰਥ? ਕੂਚ ਕੂਚਾ ਕਿ ਆਪੋ ਆਪਣੀ ਵਾਰੀ ਨਾਲ ਸਾਰੇ ਕੂਚ ਕਰ ਗਏ, ਚਲੇ ਗਏ। ਪਾਤਸ਼ਾਹ ਜੀ ਆਖਾ ਰਹੇ ਕਿ ਦਰ ਕੂਚ ਕੂਚਾ ਕਰਕੇ ਸਾਰੇ ਆਪੋ ਆਪਣੀ ਵਾਰੀ ਜਗਤ ਤੋਂ ਕੂਚ ਕਰ ਗਏ, ਚਲੇ ਗਏ ਨੇ। ਕਿ ਕਿਸੇ ਨੇ ਕੋਈ ਜਿਹੜੀ ਹੈ ਉਹ ਸਮਾਧੀ ਲਗਾਈ ਹੈ, ਕੋਈ ਕੁਝ ਹੈ, ਕਿਸੇ ਕੋਲ ਕੋਈ ਗੁਣ ਹੈ, ਕੋਈ ਕੁਝ ਹੈ, ਉਹ ਕਿਸੇ ਵੀ ਤਰੀਕੇ ਨਾਲ ਕਿਤੇ ਵੀ ਹੋ ਸਕਦਾ ਹੈ, ਪਰ ਸਾਰੇ ਆਪੋ ਆਪਣੀ ਵਾਰੀ ਦੇ ਅਨੁਸਾਰ ਇਸ ਸੰਸਾਰ ਤੋਂ ਚਲੇ ਗਏ। ਅਤੇ ਅਵਰੇ ਭੇ ਚੱਲਣਹਾਰ, ਇਸ ਨੂੰ ਭੀ ਨਹੀਂ ਪੜ੍ਹਨਾ, ਇਹ ਭੇ ਹੈ, ਕਿਉਂਕਿ ਜੇ ਹਿੰਦੀ ਵਿੱਚ ਆਏਗਾ ਤਾਂ ਇਹਨੂੰ ਭੀ ਪੜ੍ਹਿਆ ਜਾਏ, ਪਰ ਇਹ ਭੇ ਹੈ। ਇਹਨੂੰ ਲਾਂ ਦਾ ਜਿਹੜੀ ਹੈ ਉਚਾਰ, ਭਾਵ ਕਿ ਸਾਊਂਡ ਦੇ ਨਾਲ ਆਪਾਂ ਜਿਹੜਾ ਉਚਾਰਨ ਕਰਾਂਗੇ। ਇੱਕ ਹੋਰ ਸ਼ਬਦ ਆਪਾਂ ਬਹੁਤ ਜ਼ਿਆਦਾ ਜਿਹੜਾ ਉਹ ਪੜ੍ਹਦੇ ਹਾਂ। ਪਹਿਲਾ ਸਲੋਕ ਜਪਜੀ ਸਾਹਿਬ ਦਾ ਕਿਹੜਾ ਹੈ ਜੀ? ਆਪਾਂ ਸਾਰਿਆਂ ਨੇ ਕੀਤਾ ਹੈ। ਕਿਹੜਾ ਹੈ? ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਥੇ ਭੀ ਹੈ। ਅਤੇ ਜਦੋਂ ਆਪਾਂ ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਪੜ੍ਹਦੇ ਹਾਂ, ਉੱਥੇ ਕਿਵੇਂ ਆਉਂਦਾ? ਉੱਥੇ ਭੇ ਨਾਲ ਆਉਂਦਾ ਹੈ। ਇਹ ਖਿਆਲ ਹੈ, ਇਹ ਫਰਕ ਹੈ ਦੋਵਾਂ ਦੇ ਵਿੱਚ। ਇਹ ਸਲੋਕ ਜਪਜੀ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਅਤੇ ਇਹਨੂੰ ਦੂਜੀ ਵਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਥੋੜ੍ਹੇ ਜਿਹੇ ਫਰਕ ਦੇ ਨਾਲ ਸੁਖਮਨੀ ਸਾਹਿਬ ਦੇ ਵਿੱਚ ਜਿਹੜਾ ਹੈ ਦਰਜ ਕੀਤਾ ਹੈ, ਥੋੜ੍ਹੇ ਫਰਕ ਦੇ ਨਾਲ। ਇੱਧਰਲੇ ਪਾਸੇ ਗੁਰੂ ਨਾਨਕ ਸਾਹਿਬ ਜੀ ਦਾ, ਉੱਧਰਲੇ ਪਾਸੇ ਗੁਰੂ ਅਰਜਨ ਸਾਹਿਬ ਜੀ ਦਾ ਹੈ।
एक होर आपां विचार सांझी कीती सी, अखीरला सलोक किहड़ा है जपजी साहब जी का, जां दूजा दूजा सलोक जपजी साहब विच दूसरा सलोक किहड़ा है? हाँ जी, सारे पढ़ते आपां, पवन गुरु पानी पिता, ये दूसरा सलोक है। एक शुरू विच एक लास्ट विच, ते ये दूजी वार कदों आउंदा है? किहड़े गुरु साहिबान ने उच्चारण किया है? जिन्हां नूं पता वो हत्थ खड़ा कर लैण। अच्छा, हाँ जी, हाँ जी, पंजवें पातशाह जी ने कह रहे हो तुसीं? हाँ जी, पहले पातशाह जी ते मैं ये कह रहा जी थोड़े जे फर्क नाल उच्चारण किया होर गुरु साहब जी ने। हाँ जी, गुरु गुरु अंगद देव जी, गुरु अंगद साहब पातशाह जी ने दूजी वार इहो सलोक है जिहड़ा वो वार दे विच अगे दर्ज किया है। उत्थे थोड़े फर्क दे नाल है। इत्थे आपां की पढ़ते हैं? पवन गुरु पानी पिता। उत्थे की है? पौण गुरु पानी पिता। अते अखीरली पंक्ति च आपां पढ़ते हैं कीती छुट्टी नाल, उत्थे है होर कीती छुट्टी नाल। ये फर्क है। ये फर्क असीं ध्यान नाल देखने हैं कि जे सानूं पुछ लए कि ये किहड़े गुरु साहब ने उच्चारण किया सी ते सहिजे कह दें कि नहीं तुसीं गलत पढ़ रहे हो, होर विच आउणा ही नहीं, पर वो गुरु अंगद साहब जी ने दर्ज किया है। जे भे पढ़िया जा रहा है तो समझ लेना कि गुरु अर्जन साहब जी का सलोक सुखमनी साहब के अंदर जे भी है, मात्रा का ही फर्क है ना, इधर मात्रा लगी है उधर लगी है, इत्थे बिहारी सिहारी लगी उधर बिहारी लगी। इस तरह ये भी शब्द भे है। इस करके आप विचार की कि आप छोटिया छोटिया चीज़ां कई बार असीं नज़रअंदाज कर दिंदे उतों जल्दी जल्दी पढ़दे होए, पर असल दे विच सानूं ये सारियां चीज़ां ध्यान मंगदियां ने कि अवरे भे चलनहार ते जिहड़े बाकी हन वो भी चले जाण वाले ने, चलण वाले हन, उन्हां ने भी चले जाना है। सुल्तान खान मलूक उमरे गए कर कर कूच। सुल्तान का अर्थ आपां कल ही किया सी। हाँ जी, बादशाह। सुल्तान तो भाव बादशाह। खान कि जिहड़े कुछ जिन्होंने जिहड़ी पावर है वो राज दरबार दे विच प्राप्त हुंदी सी, खान साहब अखवाउंदे सन अपने आप नूं। मलूक तो भाव कि जिहड़े राजे हुंदे सन, राजे। उमरे, उमरे तो भाव अमीर लोग कि जिहड़े समाज दे विच बड़े अमीर लोग हुंदे सन। गए कर कर कूच कि ये जिहड़े सारे ने आपो अपना डेरा है जिहड़ा वो कूच करके सवास संपूर्ण करके इस संसार तो चले गए, खत्म हो गए। घड़ी मोहत के चलना दिल समझ तू पे पहुँच। हाहे नूं दो औंकड़ ने पहुँच। पातशाह जी आखन लगे घड़ी मोहत के चलना, भाव की मोहत भाव बहुत थोड़े जे समय दे विच तूं भी चले जाना, बाकी सारी सृष्टि जिहड़ी वो जा रही है, आ रही है, वो जा रही है, तो तूं भी चले जाना है, पता नहीं है पर कदों चले जाना। इस करके पातशाह जी आख रहे हैं कि घड़ी दो घड़ी विच हरेक ने इत्थों चले जाना। घड़ी मोहत के चलना, सब ने चल पैना, तुर जाना इस संसार तो। दिल समझ तू पे पहुँच कि हे मेरे मन अकल कर, समझ अकल कर, गाफल ना हो, एवें विकारां दे विच ना पै, माड़े कर्मां दे विच ना पै, मंदे कर्म ना कर। तू भी जिहड़ा है वो इस संसार तो चले जाना है, भाव कि अगे पहुँच जाना है। इत्थे थिर इत्थे किसे ने सदा जिहड़ा है वो टिके नहीं रहना है। शब्दा माहि वखाणी है विरला तां बूझै कोए।
ਸ਼ਬਦਾਂ ਮਾਹੀ ਭਾਵ ਸ਼ਬਦਾਂ ਵਿੱਚ, ਗੱਲਾਂ ਗੱਲਾਂ ਵਿੱਚ, ਕਿ ਆਪਾਂ ਕਹਿੰਦੇ ਨੇ ਕਿ ਉਹਨੇ ਸ਼ਬਦਾਂ 'ਚ ਕੋਈ ਗੱਲ ਕਹੀ, ਭਾਵ ਸ਼ਬਦਾਂ ਦੇ ਵਿੱਚ, ਗੱਲਾਂ ਗੱਲਾਂ ਦੇ ਵਿੱਚ, ਲਫ਼ਜ਼ਾਂ ਦੇ ਵਿੱਚ। ਮਾਹੇ ਵਿਖਾਣੀਆਂ ਜ਼ਬਾਨੀ ਜ਼ਬਾਨੀ, ਗੱਲਾਂ ਗੱਲਾਂ ਤਾਂ ਹਰ ਕੋਈ ਆਖਦਾ ਹੈ, ਪਰ ਕੋਈ ਵਿਰਲਾ ਹੀ ਯਕੀਨ ਇਹ ਲਿਆਉਂਦਾ ਹੈ। ਵਿਰਲਾ ਤਾਂ ਬੂਝਾ ਹੈ, ਕੋਈ ਵਿਰਲਾ ਹੀ ਯਕੀਨ ਹੈ ਜਿਹੜਾ ਉਹ ਕਰਦਾ ਹੈ ਕਿ ਹਰੇਕ ਜੀਵ ਨੇ ਇੱਥੋਂ ਚਲੇ ਜਾਣਾ ਹੈ। ਕਿ ਕਹਿੰਦੇ ਸਾਰੇ ਹੀ ਹੈ ਕਿ ਚਲੇ ਜਾਣਾ, ਮੈਂ ਵੀ ਕਹਿੰਦਾ, ਬਾਕੀ ਵੀ ਕਹਿੰਦੇ ਚਲੇ ਜਾਣਾ ਚਲੇ ਜਾਣਾ, ਪਰ ਯਕੀਨ ਕੋਈ ਕਰਦਾ ਹੈ। ਜੇ ਚਲੇ ਜਾਣਾ ਤਾਂ ਫਿਰ ਅਸੀਂ ਰੱਬ ਦਾ ਹੁਕਮ ਕਿਉਂ ਨਹੀਂ ਮੰਨਦੇ? ਫਿਰ ਅਸੀਂ ਗੁਰੂ ਦਾ ਹੁਕਮ ਕਿਉਂ ਨਹੀਂ ਮੰਨਦੇ? ਕਹਿੰਦੇ ਅਸੀਂ ਸਿਰਫ ਉੱਤੋਂ ਆਖਦੇ ਹਾਂ ਕਿ ਚਲੇ ਜਾਣਾ, ਕਿ ਫਲਾਣਾ ਬਹੁਤ ਚੰਗਾ ਸੀ, ਕੁਝ ਵੀ ਨਹੀਂ ਸੀ, ਬਸ ਹਾਰਟ ਅਟੈਕ ਆਇਆ, ਸਾਈਲੈਂਟ ਅਟੈਕ ਆਇਆ, ਚਲਾ ਗਿਆ। ਕਹਿਣ ਤੋਂ ਭਾਵ ਹੈ ਕਿ ਉਹ ਮਾਲਕ ਪਰਮੇਸ਼ਰ ਬਣਾਉਂਦਾ ਤਾਂ ਇੱਕ ਬਹਾਨਾ ਕਿ ਸਵਾਸ ਮੁੱਕ ਜਾਂਦੇ ਨੇ, ਅਤੇ ਅਸੀਂ ਵੀ ਤਾਂ ਉਸ ਲਾਈਨ ਦੇ ਵਿੱਚ ਖੜ੍ਹੇ ਹੋਏ ਹਾਂ। ਪਤਾ ਨਹੀਂ ਸਾਡੀ ਵਾਰੀ ਕਦੋਂ ਆ, ਇਹ ਉਸ ਮਾਲਕ ਨੂੰ ਪਤਾ ਹੈ ਕਦੋਂ, ਕਿਉਂਕਿ ਇਹ ਚੀਜ਼ ਭਾਵੇਂ ਲੱਖ ਦੁਨੀਆ ਦੇ ਉੱਤੇ ਜਿਹੜੇ ਅਨੇਕਾਂ ਲੋਕ, ਕੋਈ ਜੋਤਸ਼ੀ ਹੈ, ਕੋਈ ਕਾਲੇ ਇਲਮ ਦਾ ਮਾਹਰ ਹੈ, ਕੋਈ ਕੁਝ ਹੈ, ਟ੍ਰੇਨਾਂ ਬੱਸਾਂ ਬੱਸ ਅੱਡੇ ਭਰੇ ਪਏ ਹੁੰਦੇ ਲਾਲਾ ਪੋਸਟਰ, ਆਹ ਜੀ ਕਾਲੇ ਇਲਮ ਦਾ ਮਾਹਰ ਹੈ, ਆਹ ਉਹਦਾ ਮਾਹਰ ਹੈ, ਆਹ ਤੁਹਾਡਾ ਆਹ ਕੰਮ ਸਵਾਰ ਦੇਗਾ, ਆਹ ਦੱਸ ਦੇਗਾ, ਤੁਹਾਡਾ ਜੀਵਨ ਸੁਖੀ ਹੋ ਜਾਏਗਾ, ਤੁਸੀਂ ਲੰਬੀ ਉਮਰ ਵਾਲੇ ਹੋ ਜਾਓਗੇ। ਪਰ ਕਿਸੇ ਕੋਲ ਐਸਾ ਕੁਝ ਨਹੀਂ ਹੈ ਕੋਈ ਦੱਸ ਸਕੇ ਕਿ ਮੇਰੀ ਮੌਤ ਇਸ ਦਿਨ ਹੋਣੀ ਹੈ। ਜੇ ਕਿਤੇ ਦੁਨੀਆ ਦੇ ਵਿੱਚ ਇਹ ਚੀਜ਼ ਪਤਾ ਹੁੰਦੀ ਕਿ ਮੇਰੀ ਮੌਤ ਜਾਂ ਮੇਰੇ ਕੋਲ ਇੰਨੇ ਸਾਲ ਹੈ ਜਿਉਣ ਵਾਸਤੇ, ਤੇ ਫਿਰ ਕੁਝ ਕੁ ਲੋਕਾਂ ਦਾ ਹੀ ਕਬਜ਼ਾ ਹੋਣਾ ਸੀ ਇਸ ਸੰਸਾਰ ਦੇ ਉੱਤੇ। ਬਾਕੀ ਤਾਂ ਆਖਣਾ ਕੋਈ ਗੱਲ ਨਹੀਂ ਕਿ ਮੈਨੂੰ ਕੋਈ ਮਾਰ ਹੀ ਨਹੀਂ ਸਕਦਾ, ਮੈਂ ਤਾਂ ਦੁਨੀਆ ਦੇ ਉੱਤੇ ਰਾਜ ਕਰਾਂ। ਸਾਰਿਆਂ ਨੇ ਆਪਣੀ ਤਾਕਤ ਦੇ ਨਾਲ ਜਿਹੜਾ ਹੈ ਉਹ ਹੋਰਾਂ 'ਤੇ ਜਿਹੜਾ ਹੈ ਉਹ ਬਹੁਤ ਧੱਕਾ ਆਦਿ ਕਰਨਾ ਸੀ। ਭਾਵੇਂ ਹੋ ਤਾਂ ਅੱਜ ਵੀ ਰਿਹਾ, ਪਰ ਅੱਜ ਕੱਲ੍ਹ ਪਤਾ ਨਹੀਂ ਕਦੋਂ। ਇੱਕ ਡਰ ਜ਼ਰੂਰ ਹੈ ਕਿ ਪਤਾ ਨਹੀਂ ਗਏ ਉੱਥੇ ਕੀ ਹੋ ਜਾਣਾ ਜਾ ਕੇ। ਕਹਿਣ ਤੋਂ ਭਾਵ ਹੈ ਪਾਤਸ਼ਾਹ ਜੀ ਆਖ ਰਹੇ ਨੇ ਕਿ ਗੱਲਾਂ ਗੱਲਾਂ ਨਾਲ ਸਾਰੇ ਆਖਦੇ ਹੈ ਕਿ ਮਾਲਕ ਦੀ ਰਜ਼ਾ ਹੈ, ਮਾਲਕ ਦਾ ਭਾਣਾ ਚਲੇ ਗਿਆ, ਸਭ ਨੇ ਜਾਣਾ। ਜੇ ਜਾਣਾ ਹੈ ਤਾਂ ਫਿਰ ਅਸੀਂ ਇਹ ਗੱਲ ਦਾ ਭੈ ਕਿਉਂ ਨਹੀਂ ਮੰਨਦੇ? ਜੇ ਜਾਣਾ ਹੈ ਤਾਂ ਫਿਰ ਸਾਨੂੰ ਗੁਰੂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਜੋ ਗੁਰੂ ਪਾਤਸ਼ਾਹ ਆਖਦੇ ਹੈ ਉਹ ਸਾਨੂੰ ਮੰਨ ਲੈਣਾ ਚਾਹੀਦਾ। ਪਰ ਅਸੀਂ ਕਹਿੰਦੇ ਸਿਰਫ ਉੱਤੋਂ ਹੈ। ਭਾਵੇਂ ਕਿਸੇ ਦੇ ਘਰ ਵੀ ਜਾਣਾ ਹੋਏ, ਦੁਨੀਆ ਦੇ ਵਿੱਚ ਐਸਾ ਕੋਈ ਘਰ ਨਹੀਂ ਹੈ ਜਿੱਥੇ ਮੌਤ ਨਾ ਹੋਈ ਹੋਵੇ, ਜਿੱਥੋਂ ਸਰੀਰ ਉਹ ਨਾ ਵਿਣਸਿਆ ਹੋਏ। ਹੁਣ ਐਸਾ ਨਾ ਹੋਏ, ਕਈ ਤਰਕ ਵਾਲੇ ਬੰਦੇ ਹੁੰਦੇ ਆ ਕਿ ਹਾਂ ਘਰ ਨਵਾਂ ਹੀ ਪਾਇਆ, ਉੱਥੇ ਘਰ ਹੀ ਜਾ ਕੇ ਸ਼ਿਫਟ ਹੋਏ, ਉੱਥੇ ਕੋਈ ਡੈਥ ਨਹੀਂ। ਕਹਿਣ ਤੋਂ ਭਾਵ ਹੈ ਐਸਾ ਕੋਈ ਜੀਵ ਨਹੀਂ ਹੈ ਜਿਹਦੇ ਪਰਿਵਾਰ ਦੇ ਵਿੱਚੋਂ ਕੋਈ ਜੀਵ ਨਹੀਂ ਗਿਆ ਹੈ। ਸਾਰੇ ਹੁਣ ਆਸ ਪੜੋਸ ਦੇ ਸਕੇ ਸੰਬੰਧੀ ਜਾ ਕੇ ਬੈਠਦੇ ਆ, ਕੁਝ ਸਮੇਂ ਵਾਸਤੇ ਬੈਠ ਕੇ ਫਿਰ ਹੌਸਲਾ ਦਿੰਦੇ ਆ। ਖੈਰ ਚਲੋ, ਕਿਉਂਕਿ ਇਹ ਇੱਕ ਪਰਿਵਾਰਕ ਮੋਹ ਹੁੰਦਾ ਹੈ, ਜੁੜਦੇ ਨੇ ਸਾਰੇ। ਪਰ ਕਿਤਨਾ ਕੁ ਸਮਾਂ ਕਿ ਸਾਰੇ ਉੱਥੇ ਜਾ ਕੇ ਵਿਚਾਰ ਵੀ ਕਰਦੇ ਇਸ ਚੀਜ਼ ਦੀ। ਜੇ ਸਿੱਖ ਹੈ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੈ, ਉਹ ਗੁਰਬਾਣੀ ਦਾ ਪਾਠ ਵੀ ਹੁੰਦਾ ਹੈ, ਕੀਰਤਨ ਵੀ ਹੁੰਦਾ ਹੈ, ਕਥਾ ਵੀ ਹੁੰਦੀ ਹੈ। ਬਹੁਤੀ ਕਰਕੇ ਕਥਾ ਹੁੰਦੀ ਤਾਂ ਨਹੀਂ ਹੈ, ਕਿਉਂਕਿ ਕਥਾ ਦੇ ਵਿੱਚ ਕਈ ਗੱਲਾਂ ਅਜਿਹੀਆਂ ਜਿਹੜੀਆਂ ਗੁਰੂ ਪਾਤਸ਼ਾਹ ਜੀ ਦੇ ਕੀਰਤਨ ਦੇ ਵਿੱਚ ਸਾਨੂੰ ਨਹੀਂ ਸਮਝ ਆਉਂਦੀਆਂ, ਕਥਾ ਦੇ ਵਿੱਚ ਕਹੀਆਂ ਜਾਂਦੀਆਂ, ਹੋ ਸਕਦਾ ਸਾਡੇ ਮਨ ਨੂੰ ਕਿਤੇ ਕਰ ਜਾਣ। ਕਹਿਣ ਤੋਂ ਭਾਵ ਹੈ ਕਿ ਭਾਵੇਂ ਕਿ ਸਾਡਾ ਕੋਈ ਵੀ ਪ੍ਰੋਗਰਾਮ ਹੋਏ, ਉਹਦੇ ਵਿੱਚ ਕਥਾ ਅਤੇ ਕੀਰਤਨ ਦੋਨੋਂ ਲਾਜ਼ਮੀ ਹੋਣੇ ਚਾਹੀਦੇ। ਇਹ ਨਹੀਂ ਕਿ ਇਕੱਲਾ ਕੀਰਤਨ। ਇਕੱਲੇ ਕੀਰਤਨ ਦੇ ਨਾਲ ਤੁਸੀਂ ਸਿਰਫ ਬਹੁਤੀ ਵਾਰ ਧੁਨਾਂ ਦੇ ਨਾਲ ਸੰਤੁਸ਼ਟ ਹੁੰਦੇ ਹੋ। ਅਰਥਾਂ ਗੁਰਬਾਣੀ ਦੇ ਅਰਥ ਜਾਂ ਗੁਰਬਾਣੀ ਕੀਰਤਨ ਦਾ ਸ਼ਬਦ ਕਿਹੜਾ ਪੜ੍ਹਿਆ, ਦਰਬਾਰ ਤੋਂ ਬਾਹਰ ਨਿਕਲਦਿਆਂ ਭੁੱਲ ਜਾਂਦੇ ਹੋ। ਇਹ ਯਾਦ ਰੱਖਣ ਵਾਲੀ ਗੱਲ ਹੈ। ਭਾਵੇਂ ਅੱਜ ਵੀ ਹਜ਼ੂਰੀ ਰਾਗੀ ਸਾਹਿਬਾਨ ਇੱਥੇ ਕੀਰਤਨ ਕਰਕੇ ਗਏ ਆ, ਬਹੁਤ ਸੋਹਣੇ ਸ਼ਬਦ ਪੜ੍ਹੇ ਆ, ਕਈ ਵਾਰ ਸੰਗਤ ਦੇ ਮੂੰਹ ਸੁਣਿਆ, ਪਰ ਪੁੱਛ ਲਈਦਾ ਕਿ ਕਿਹੜਾ ਸ਼ਬਦ ਪੜ੍ਹਿਆ, ਉਹ ਬਾਬਾ ਜੀ ਉਹ ਨਹੀਂ ਪਤਾ ਕਿਹੜਾ ਸ਼ਬਦ ਸੀ। ਫਿਰ ਭਾਈ ਤੁਹਾਨੂੰ ਸਮਝ ਕੀ ਆਇਆ? ਸਿਰਫ ਤੁਸੀਂ ਉਸ ਦੀ ਜਿਹੜੀ ਟਿਊਨ ਹੈ, ਜੋ ਮਿਊਜ਼ਿਕ ਹੈ, ਉਹਦਾ ਸਿਰਫ ਉਹਦਾ ਆਨੰਦ ਮਾਣਿਆ ਤੁਸੀਂ ਸ਼ਬਦ ਦਾ। ਜੇ ਸ਼ਬਦ ਦਾ ਰਸ ਲਿਆ ਹੁੰਦਾ ਫਿਰ ਤੁਸੀਂ ਵਹਿ ਜਾਣਾ ਸੀ ਸ਼ਬਦ ਦੇ ਵਿੱਚ। ਪਰ ਕਥਾ ਦੇ ਵਿੱਚ ਇਹ ਚੀਜ਼ ਹੈ ਕਿ ਗੁਰਬਾਣੀ ਦੇ ਅਰਥ ਨੂੰ ਹੀ ਜਿਹੜਾ ਹੈ, ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥ ਹੋਣੇ ਜਾਂ ਇਤਿਹਾਸ ਦੀ ਗੱਲ ਹੋਣੀ ਹੈ। ਖੈਰ
ਇੱਕ ਵੱਖਰਾ ਵਿਸ਼ਾ ਹੈ। ਪਾਤਸ਼ਾਹ ਜੀ ਆਖਦੇ ਨੇ ਸ਼ਬਦਾਂ ਮਾਹੇ ਵਖਾਣੀਐ ਵਿਰਲਾ ਤਾਂ ਬੂਝੈ। ਕੋਈ ਸ਼ਬਦਾਂ ਦੇ ਵਿੱਚ ਗੱਲਾਂ ਦੇ ਨਾਲ ਜ਼ਬਾਨੀ ਸਾਰੇ ਆਖਦੇ ਹੈ ਕਿ ਸਾਰਿਆਂ ਨੇ ਇੱਥੋਂ ਚਲੇ ਜਾਣਾ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਬੁੱਝਦਾ ਹੈ, ਕੋਈ ਵਿਰਲਾ ਹੀ ਸਮਝਦਾ ਹੈ। ਨਾਨਕ ਵਖਾਣੈ ਬੇਨਤੀ ਜਲ ਥਲ ਮਹੀਲ ਸੋਏ। ਕਿ ਨਾਨਕ ਵਖਾਣੇ ਤੋਂ ਭਾਵ ਕਰਦਾ ਹੈ ਬੇਨਤੀ, ਕਿ ਨਾਨਕ ਬੇਨਤੀ ਕਰਦਾ ਹੈ। ਜਲ ਥਲ ਮਹੀਲ ਸੋਏ, ਸੋਏ ਤੋਂ ਭਾਵ ਉਹ ਪਰਮਾਤਮਾ ਮਾਲਕ ਪਰਮੇਸ਼ਰ, ਕਿ ਉਹੀ ਮਾਲਕ ਅਟਲ ਰਹਿਣ ਵਾਲਾ ਹੈ ਜੋ ਮਹੀਲ ਤੋਂ ਭਾਵ ਜਲ ਵਿੱਚ, ਥਲ ਵਿੱਚ ਤੇ ਆਕਾਸ਼ ਵਿੱਚ, ਕਿ ਜੋ ਸਭ ਥਾਵਾਂ ਤੇ ਹੈ, ਧਰਤੀ ਵਿੱਚ, ਪੁਲਾੜ ਵਿੱਚ, ਹਰ ਥਾਂ ਜਿਹੜਾ ਮੌਜੂਦ ਹੈ। ਅੱਲਾਹ ਅਲਖ ਅਗੰਮ ਕਾਦਰ ਕਰਨਹਾਰ ਕਰੀਮ। ਇੱਥੇ ਹੁਣ ਕਈ ਵਾਰ ਸ਼ਬਦ ਇਹਨੂੰ ਅਲਾਹੋ ਪੜ੍ਹਿਆ ਜਾਂਦਾ ਹੈ, ਪਰ ਯਾਦ ਰੱਖਿਓ ਇਹ ਸ਼ਬਦ ਉਸ ਮਾਲਕ ਪਰਮੇਸ਼ਰ ਜੀ ਵਾਸਤੇ ਆਇਆ ਹੈ, ਇਸ ਕਰਕੇ ਇਹਨੂੰ ਔਂਕੜ ਹੈ, ਇੱਕ ਵਚਨ ਪੁਲਿੰਗ ਹੈ, ਇਸ ਕਰਕੇ ਔਂਕੜ ਇਸ ਦਾ ਹੈ। ਪਾਤਸ਼ਾਹ ਜੀ ਆਖਣ ਲੱਗੇ ਹੁਣ ਇਸੇ ਤਰ੍ਹਾਂ ਅਲੱਖ ਹੈ, ਅਗੰਮ, ਕਾਦਰ, ਕਰਨਹਾਰ, ਕਰੀਮ, ਸਾਰੇ ਉਸ ਮਾਲਕ ਦੇ ਲਈ ਇਹ ਸ਼ਬਦ ਜਿਹੜੇ ਉਹ ਵਰਤੇ ਨੇ। ਕਿ ਅੱਲਾ ਤੋਂ ਭਾਵ ਉਹ ਮਾਲਕ ਪਰਮੇਸ਼ਰ, ਅਲੱਖ ਤੋਂ ਭਾਵ ਕਿ ਜਿਹੜਾ ਜਿਸ ਨੂੰ ਲਖਿਆ ਨਹੀਂ ਜਾ ਸਕਦਾ, ਜਿਹਨੂੰ ਜਾਣਿਆ ਨਹੀਂ ਜਾ ਸਕਦਾ। ਅਗੰਮ ਤੋਂ ਭਾਵ ਅਪਹੁੰਚ, ਕਾਦਰ ਤੋਂ ਭਾਵ ਕੁਦਰਤ ਦਾ ਜਿਹੜਾ ਉਹ ਮਾਲਕ ਹੈ। ਕਰਨਹਾਰ, ਕਰੀਮ, ਕਰਨਹਾਰ ਤੋਂ ਭਾਵ ਜਿਸ ਨੇ ਇਹ ਕੁਦਰਤ ਨੂੰ ਬਣਾਇਆ ਹੈ। ਅਤੇ ਕਰੀਮ, ਕਰੀਮ ਤੋਂ ਭਾਵ ਬਖਸ਼ਿਸ਼ ਕਰਨ ਵਾਲਾ, ਰਹਿਮਤ ਕਰਨ ਵਾਲਾ। ਪਾਤਸ਼ਾਹ ਜੀ ਆਖਣ ਲੱਗੇ ਕਿ ਜੋ ਅੱਲਾ ਅਖਵਾਉਂਦਾ ਹੈ, ਜੋ ਅਲੱਖ ਹੈ, ਅਪਹੁੰਚ ਹੈ, ਜੋ ਸਾਰੀ ਕੁਦਰਤ ਦਾ ਮਾਲਕ ਹੈ, ਜੋ ਸਾਰੇ ਜਗਤ ਦਾ ਰਚਨਹਾਰ ਹੈ, ਬਣਾਉਣ ਵਾਲਾ ਹੈ, ਅਤੇ ਜੋ ਸਭ ਜੀਵਾਂ ਉੱਤੇ ਰਹਿਮ ਕਰਨ ਵਾਲਾ ਹੈ, ਕਰੀਮ ਕਰਨ ਵਾਲਾ ਹੈ, ਬਖਸ਼ਿਸ਼ ਕਰਨ ਵਾਲਾ ਹੈ। ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ। ਮੁਕਾਮ ਦਾ ਅਰਥ ਕੀ ਹੈ ਜੀ? ਪੱਕਾ ਟਿਕਾਣਾ। ਹੁਣ ਇੱਕ ਚੀਜ਼ ਇੱਥੇ ਹੋਰ ਆਪਾਂ ਵਿਚਾਰਦੇ ਹਾਂ ਕਿ ਜਦੋਂ ਪਿੱਛੇ ਇੱਕ ਸ਼ਬਦ ਆਇਆ ਸੀ, ਤੀਸਰਾ ਪਦਾ ਜਿਹੜਾ ਆਰੰਭ ਹੁੰਦਾ ਹੈ, ਸੁਰ ਸਿੱਧ ਗਨ ਗੰਧਰਵ ਮੁਨ ਜਨ, ਇੱਥੋਂ ਤੱਕ ਹੈ ਜਿਹੜਾ ਉਹ ਇੱਕ ਵਿਸ਼ੇ ਨਾਲ, ਇੱਕ ਖਾਸ ਖਿੱਤੇ ਨਾਲ ਸੰਬੰਧਿਤ ਹੈ। ਜਿਹੜੇ ਦੇਵੀ ਦੇਵਤੇ, ਸਿੱਧ ਪੀਰ ਆਦਿ ਸਨ, ਉਹਨਾਂ ਦੀ ਗੱਲ ਕੀਤੀ ਹੈ। ਅਤੇ ਫਿਰ ਉਸ ਤੋਂ ਬਾਅਦ ਚੌਥੇ ਪਦੇ ਦੇ ਆਰੰਭ ਵਿੱਚ ਵੀ ਜਿਹੜਾ ਹੈ ਪਾਤਸ਼ਾਹ ਜੀ ਨੇ ਜਿਹੜੇ ਇਸਲਾਮਿਕ ਸ਼ਬਦ ਨੇ ਬਹੁਤੇ, ਉਹਨਾਂ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ ਫਿਰ ਹੁਣ ਛੇਵਾਂ ਪਦਾ ਸਤਿਗੁਰੂ ਪਾਤਸ਼ਾਹ ਜੀ ਨੇ ਆਰੰਭ ਕੀਤਾ ਹੈ, ਜੋ ਆਪਾਂ ਹੁਣ ਪੜ੍ਹਿਆ ਹੈ, ਅੱਲਾਹ ਅਲੱਖ ਅਗੰਮ ਕਾਦਰ ਕਰਨਹਾਰ ਕਰੀਮ। ਅਤੇ ਇਸ ਸ਼ਬਦ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਇਸਲਾਮ ਦੇ ਨਾਲ ਬਹੁਤੇ ਕਰਕੇ ਸ਼ਬਦ ਸੰਬੰਧਿਤ ਨੇ, ਉਹਨਾਂ ਦੀ ਗੱਲ ਕੀਤੀ ਹੈ। ਬਾਕੀ ਥਾਵਾਂ 'ਤੇ ਤੁਹਾਨੂੰ ਇੱਕ ਸਾਰਤਾ ਨਹੀਂ ਮਿਲੇਗੀ, ਕਦੇ ਵੀ ਕੁਰਾਨ ਦੇ ਵਿੱਚ ਰਾਮ ਸ਼ਬਦ ਨਹੀਂ ਮਿਲੇਗਾ, ਕਦੇ ਵੀ ਤੁਹਾਨੂੰ ਵੇਦਾਂ ਦੇ ਵਿੱਚ, ਗੀਤਾ ਦੇ ਵਿੱਚ, ਜਿਹੜਾ ਹੈ ਧਰਮ ਗ੍ਰੰਥਾਂ ਦੇ ਵਿੱਚ ਅੱਲਾ ਸ਼ਬਦ ਨਹੀਂ ਮਿਲੇਗਾ। ਪਰ ਦੇਖੋ ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਨੂੰ ਇੱਕੋ ਥਾਂ 'ਤੇ ਕਰ ਰਹੇ, ਸਾਰਿਆਂ ਨੂੰ ਇੱਕੋ ਥਾਂ 'ਤੇ ਇਕੱਠਾ ਕੀਤਾ ਹੋਇਆ ਹੈ ਕਿ ਨਾਂ ਜ਼ਰੂਰ ਵੱਖਰੇ ਹੈ। ਕੋਈ ਉਹਨੂੰ ਸੱਪ ਆਖ ਰਿਹਾ ਅਤੇ ਕੋਈ ਉਹਨੂੰ ਸਨੇਕ ਆਖ ਰਿਹਾ, ਹੈ ਤੇ ਉਹ ਇੱਕੋ ਹੀ ਹੈ। ਕਿ ਭਾਵੇਂ ਹੁਣ ਅਸੀਂ ਲੜੀ ਜਾਈਏ, ਭਾਵੇਂ ਕਿ ਨਹੀਂ ਸੱਪ ਆ, ਦੂਜਾ ਆਖੀ ਜੇ ਨਹੀਂ ਨਹੀਂ ਸਨੇਕ ਹੈ, ਉਹ ਸਾਡੀ ਲੜਾਈ ਹੈ, ਉਹਦੀ ਥੋੜ੍ਹਾ ਲੜਾਈ ਤੋਂ ਇੱਕੋ ਹੀ ਹੈ। ਇਸੇ ਤਰ੍ਹਾਂ ਮਾਲਕ ਨੂੰ ਕੋਈ ਅੱਲਾ ਆਖਦਾ ਹੈ, ਕੋਈ ਰਾਮ ਆਖਦਾ ਹੈ, ਕੋਈ ਵਾਹਿਗੁਰੂ ਕਹਿੰਦਾ, ਕੋਈ ਅਕਾਲ ਪੁਰਖ ਕਹਿੰਦਾ ਹੈ, ਉਹ ਇੱਕ ਹੀ ਹੈ। ਬਸ ਅਸੀਂ ਆਪਣੇ ਤੌਰ 'ਤੇ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਹਾਂ,
पर वो मालिक परमेश्वर एक ही है। पातशाह जी आखन लगे सब दुनी आवन जावनी की मुकाम एक रहीम। रहीम तो भाव रहम करन वाला। कि सारी दुनिया जिहड़ी है वो आउण ते जाण वाली है, भाव कि खत्म होने वाली है, उपजदी है ते बिनसदी जा रही है, पर सदा कायम रहन वाला सिर्फ वो एक ही मालिक परमेश्वर है जो सब दे उत्ते रहम करन वाला है। मुकाम तिसनो आखिए जिस सिस ना होवी लेख। ਹੁਣ ਪਾਤਸ਼ਾਹ ਜੀ ਵੇਖੋ ਇੱਥੇ ਸਮਝਾ ਰਹੇ ਕਿੰਨੇ ਸੌਖੇ ਤਰੀਕੇ ਦੇ ਨਾਲ। ਸਿਸ ਤੋਂ ਭਾਵ ਸੀਸ, ਸਿਰ। ਕਿ ਮੁਕਾਮ ਤਿਸ ਨੂੰ ਆਖੀਏ, ਕਹਿੰਦੇ ਉਸ ਦਾ ਹੀ ਪੱਕਾ ਟਿਕਾਣਾ ਸਮਝੋ। ਜਿਸ ਸਿਸ ਨਾ ਹੋਵੀ ਲੇਖ, ਜਿਸ ਦੇ ਸੀਸ ਦੇ ਉੱਤੇ, ਸਿਰ ਦੇ ਉੱਤੇ ਮੌਤ ਦਾ ਲੇਖ ਨਹੀਂ ਹੈ, ਉਹੀ ਮੁਕਾਮ ਹੈ ਨਾ, ਉਹੀ ਪੱਕਾ ਰਹਿ ਸਕਦਾ ਹੈ ਜਿਹਦੇ ਉੱਤੇ ਮੌਤ ਦਾ ਲੇਖ ਨਹੀਂ ਕਿ ਇਹ ਮਰ ਨਹੀਂ ਸਕਦਾ, ਇਹ ਖਤਮ ਨਹੀਂ ਹੋ ਸਕਦਾ, ਉਹੀ ਮੁਕਾਮ ਹੈ। ਅਤੇ ਅਸੀਂ ਤਾਂ ਆਪਣੀ ਮੌਤ ਪਹਿਲਾਂ ਲਿਖਾ ਕੇ ਆਉਣੇ ਕਿ ਭਾਵੇਂ ਸਾਡੇ ਕੋਲ ਗਿਣਤੀ ਦੇ ਕੁਝ ਦਿਨਾਂ ਦੇ ਸਵਾਸ ਹੋਣ, ਭਾਵੇਂ ਕੁਝ ਦਿਨਾਂ, ਕੁਝ ਮਹੀਨਿਆਂ, ਕੁਝ ਸਾਲਾਂ ਦੇ ਹੋਣ, ਅਸੀਂ ਸਾਡੇ ਸਿਰ ਦੇ ਉੱਤੇ ਉਸ ਮਾਲਕ ਦਾ ਜਿਹੜਾ ਹੁਕਮ ਹੈ ਉਹ ਪੱਕੇ ਤੌਰ 'ਤੇ ਲਾਗੂ ਹੈ ਕਿ ਜੇ ਇਹ ਪੈਦਾ ਹੋਇਆ ਤਾਂ ਇੱਕ ਦਿਨ ਇਹਨੇ ਜਾਣਾ ਹੀ ਹੈ। ਭਾਵੇਂ 100 ਸਾਲ ਹੋਏ, ਭਾਵੇਂ 100 ਦਿਨ ਹੋਏ, ਅਤੇ ਭਾਵੇਂ 100 ਸੈਕਿੰਡ ਹੋਏ, ਭਾਵੇਂ 1 ਸੈਕਿੰਡ ਦਾ ਹੀ ਜਨਮ ਹੋਏ। ਕਿਉਂਕਿ ਬਹੁਤ ਹੀ ਕਈ ਵਾਰ ਐਸਾ ਵੀ ਹੁੰਦਾ ਹੈ ਨਾ ਕਿ ਗਰਭ ਦੇ ਵਿੱਚ ਹੀ ਜਿਹੜੇ ਉਹ ਸਵਾਸ ਪੂਰੇ ਹੋ ਜਾਂਦੇ। ਹੁਣ ਬੱਚਾ ਸਵਾਸ ਤਾਂ ਮਾਂ ਦੇ ਗਰਭ ਵਿੱਚ ਵੀ ਲੈਂਦਾ ਹੈ ਨਾ, ਪਰ ਕਈ ਵਾਰ ਐਸਾ ਹੁੰਦਾ ਕਿ ਉਹਦੇ ਸਵਾਸ ਕਿਸੇ ਕਾਰਨ ਕਰਕੇ ਉੱਥੋਂ ਵੀ ਚਲੇ ਜਾਂਦੇ। ਪਾਤਸ਼ਾਹ ਜੀ ਇਸੇ ਕਰਕੇ ਆਖ ਰਹੇ ਨੇ ਕਿ ਮੁਕਾਮ ਤਾਂ ਫਿਰ ਉਹੀ ਹੈ, ਪੱਕੇ ਟਿਕਾਣੇ ਵਾਲਾ ਤਾਂ ਉਹੀ ਹੈ, ਸਦਾ ਕਾਇਮ ਰਹਿਣ ਵਾਲਾ ਉਹ ਹੈ ਜਿਸ ਦੇ ਮੱਥੇ 'ਤੇ, ਸਿਰ ਦੇ ਉੱਤੇ, ਸੀਸ 'ਤੇ ਮੌਤ ਦਾ ਲੇਖ ਨਹੀਂ ਹੈ। ਅਸਮਾਨ ਧਰਤੀ ਚਲ ਸੀ ਮੁਕਾਮ ਉਹੀ ਏਕ। ਦੇਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਿੰਨਾ ਸਮਾਂ ਪਹਿਲਾਂ ਗੱਲ ਕਰ ਰਹੇ ਹੈ ਕਿ ਇਹ ਅਸਮਾਨ, ਇਹ ਆਕਾਸ਼, ਇਹ ਧਰਤੀ ਸਭ ਕੁਝ ਚੱਲਣ ਵਾਲਾ ਹੈ, ਇਹਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ। ਜੇ ਹੋਂਦ ਵਿੱਚ ਆਇਆ ਤਾਂ ਇੱਕ ਦਿਨ ਇਹਨੇ ਨਾਸ਼ ਹੋਣਾ ਹੀ ਹੋਣਾ। ਉਹ ਭਾਵੇਂ ਸਾਇੰਸ ਅੱਜ ਆਖਦੀ ਹੈ ਕਿ ਇਹ ਇੰਨਾ ਕੁ ਸਮਾਂ, ਇੰਨੇ ਕੁ ਅਰਬਾਂ ਸਾਲ ਪਹਿਲਾਂ ਜਿਹੜੀ ਹੋਂਦ ਵਿੱਚ ਆਈ ਅਤੇ ਇੰਨੇ ਕੁ ਅਰਬ ਸਾਲ ਅਗਾਂਹ ਇਹਦੀ ਉਮਰ ਹੈ, ਉਹ ਅੰਦਾਜ਼ੇ ਨੇ, ਪਰ ਲਗਾਏ ਤਾਂ ਜਾ ਰਹੇ ਨੇ ਕਿ ਇੰਨਾ ਕੁ ਸਮਾਂ ਪਹਿਲਾਂ ਹੈ ਇੱਕ ਜਿਹੜਾ ਹੈ ਬਹੁਤ ਵੱਡਾ ਹੈ ਜਿਹੜਾ ਧਮਾਕਾ ਹੋਇਆ ਸੀ, ਫਿਰ ਬੜਾ ਸਮਾਂ ਹੈ ਜਿਹੜੀ ਉਹ ਅੱਗ ਬਲਦੀ ਰਹੀ, ਅੱਗ ਦਾ ਇਹ ਗੋਲਾ ਰਹੀ ਧਰਤੀ, ਫਿਰ ਹੌਲੀ ਹੌਲੀ ਗੈਸਾਂ ਬਣੀਆਂ, ਫਿਰ ਗੈਸਾਂ ਜਿਹੜੀਆਂ ਉਹ ਆਪਸ ਵਿੱਚ ਮਿਕਸ ਹੋਈਆਂ, ਪਾਣੀ ਬਣਿਆ, ਫਿਰ ਇਸੇ ਤਰ੍ਹਾਂ ਜਿਹੜੀ ਉਹ ਹੋਂਦ ਇੱਥੇ ਜੀਵਨ ਦੀ ਹੋਈ। ਇਹ ਇੱਕ ਅੰਦਾਜ਼ਾ ਹੈ, ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤਾਂ ਉਹ ਸਾਇੰਸ ਅੱਜ ਕਹਿ ਰਹੀ ਹੈ, ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤਾਂ ਵੇਖੋ 1539 ਦੇ ਵਿੱਚ ਤਾਂ ਉਹ ਆਪਣੀ ਸਰੀਰਕ ਆਯੂ ਜਿਹੜੀ ਹੈ ਉਹਨਾਂ ਦੀ ਪੂਰੀ ਹੋ ਗਈ ਹੈ, ਸਰੀਰਕ ਆਯੂ ਜਿਹੜੀ ਪੂਰੀ ਹੋ ਗਈ, ਅਤੇ 1539 ਤੋਂ ਪਹਿਲਾਂ ਲਿਖ ਦਿੱਤਾ। ਪਰ ਸਾਇੰਸ ਜਿਹੜੀ ਹੈ ਉਹ ਬਹੁਤ ਸਮਾਂ ਬਾਅਦ ਇਹ ਚੀਜ਼ਾਂ ਜਿਹੜੀਆਂ ਉਹ ਲਿਖ ਰਹੀ ਹੈ ਕਿ ਦੇਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਹ ਸੱਚਾਈ ਨੂੰ ਦੱਸ ਰਹੇ ਹੈ, ਪਰ ਲੋਕਾਈ ਹੈ ਜਿਹੜੀ ਸਮਝਣ ਲਈ ਤਿਆਰ ਨਹੀਂ ਸੀ। ਆਖਣ ਲੱਗੇ ਕਿ ਅਸਮਾਨ ਧਰਤੀ ਚੱਲ ਸੀ, ਇਹ ਸਭ ਕੁਝ ਚੱਲਣ ਵਾਲਾ ਹੈ, ਨਾਸ਼ਵੰਤ ਹੈ, ਪਰ ਮੁਕਾਮ ਉਹੀ ਏਕ, ਉਹ ਇੱਕ ਪਰਮਾਤਮਾ ਸਦਾ ਅਟਲ ਹੈ, ਸਦਾ ਰਹਿਣ ਵਾਲਾ ਹੈ। ਦਿਨ ਰਵ ਚੱਲੈ ਨਿਸ ਸੱਸ ਚੱਲੈ ਤਾਰਿਕਾ ਲਖ ਪਰੋਏ। ਪਲੋਏ ਤੋਂ ਭਾਵ ਚਲੇ ਜਾਣ ਵਾਲਾ, ਨਾਸ਼ਵੰਤ। ਸਤਿਗੁਰੂ ਜੀ ਆਖਣ ਲੱਗੇ ਨਿਸ ਸੱਸ ਚੱਲੈ। ਸੱਸ ਦਾ ਅਰਥ ਇੱਥੇ ਕੀ ਹੈ ਜੀ? ਚੰਦਰਮਾ। ਅਤੇ ਰਵ ਦਾ ਅਰਥ
ਜਿਵੇਂ ਆਪਾਂ ਰਵੀ ਹਿੰਦੀ ਦੇ ਵਿੱਚ ਰਵੀ ਪੜ੍ਹਦੇ ਹਾਂ, ਇਹਦਾ ਅਰਥ ਸੂਰਜ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਹੇ ਨਾਨਕ, ਇਹ ਅਟਲ ਬਚਨ ਦੇ ਦਿਨ ਬ ਦਿਨ ਹੈ ਜਿਹੜਾ ਕਹਿ ਦੇ ਦਿਨ ਸੂਰਜ ਨਾਸ਼ਵੰਤ ਹੈ, ਦਿਨ ਰਵ ਚੱਲੈ ਨਿਸ ਸੱਸ ਚੱਲੇ। ਰਾਤ ਅਤੇ ਚੰਦਰਮਾ ਭਾਵ ਦਿਨ ਅਤੇ ਸੂਰਜ ਵੀ ਖਤਮ ਹੋਣ ਵਾਲੇ ਨੇ। ਜਦੋਂ ਸੂਰਜ ਖਤਮ ਹੋ ਗਿਆ ਤੇ ਦਿਨ ਆਪਣੇ ਆਪ ਹੀ ਖਤਮ ਹੋ ਜਾਣਾ, ਅਤੇ ਚੰਦਰਮਾ ਅਤੇ ਰਾਤ ਹੈ ਜਿਹੜਾ ਇਹ ਵੀ ਨਾਸ਼ਵੰਤ ਹਨ। ਇਹ ਦਿਸਦੇ ਤਾਰਕਾ ਲੱਖ ਪਰੋਏ ਕਿ ਇਹ ਜਿਹੜੇ ਲੱਖਾਂ ਜਿਹੜੇ ਤਾਰੇ ਹਨ ਉਹ ਵੀ ਨਾਸ਼ ਹੋ ਜਾਣਗੇ, ਇਹ ਵੀ ਖਤਮ ਹੋਣ ਵਾਲੇ ਨੇ। ਦੇਖੋ ਅੱਜ ਸਾਇੰਸ ਜਿਹੜੀ ਹੈ ਖੋਜ ਦੇ ਅਨੁਸਾਰ ਦੱਸਦੀ ਹੈ ਕਿ ਗਲੈਕਸੀਆਂ ਕਈ ਨੇ, ਅਤੇ ਉਹਨਾਂ ਤੋਂ ਆਉਣ ਵਾਲਾ ਜਿਹੜਾ ਪ੍ਰਕਾਸ਼ ਹੈ ਕਈ ਤਾਰਿਆਂ ਦਾ, ਕਈ ਸੂਰਜ ਹੈ, ਉਹ ਕਈ ਕਰੋੜ ਸਾਲ ਪਹਿਲਾਂ ਚੱਲਿਆ ਹੋਇਆ, ਪਰ ਸਾਡੇ ਕੋਲ ਅੱਜ ਪਹੁੰਚ ਰਿਹਾ। ਕਿ ਉਹ ਹੈ ਜਾਂ ਨਹੀਂ ਹੈ? ਇਸੇ ਤਰ੍ਹਾਂ ਜੋ ਅਸੀਂ ਸੂਰਜ ਦੀ ਰੌਸ਼ਨੀ ਦੇਖਦੇ ਹਾਂ ਉਹ ਕਿੰਨੇ ਮਿੰਟ ਪੁਰਾਣੀ ਹੁੰਦੀ ਹੈ? ਲਗਭਗ 8 ਮਿੰਟ ਪੁਰਾਣੀ ਹੁੰਦੀ, ਕਿ 8 ਮਿੰਟ ਲੱਗਦੇ ਆ ਸੂਰਜ ਦੀ ਕਿਰਨ ਧਰਤੀ 'ਤੇ ਪਹੁੰਚਣ ਨੂੰ, ਅਤੇ 8 ਮਿੰਟ ਪੁਰਾਣਾ ਸੂਰਜ ਅਸੀਂ ਦੇਖਦੇ ਹਾਂ, ਕਿ ਜੋ ਸਾਡੇ ਕੋਲ ਪਹੁੰਚਦਾ ਉਹ 8 ਮਿੰਟ ਪੁਰਾਣਾ ਹੁੰਦਾ। ਇਸ ਕਰਕੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਇਹ ਸਾਰਾ ਕੁਝ ਹੈ ਜਿਹੜਾ ਉਹ ਨਾਸ਼ਵੰਤ ਹੈ, ਚੱਲਣ ਵਾਲਾ ਹੈ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਇੱਥੇ ਬੱਬੇ ਨੂੰ ਔਂਕੜ ਹੈ ਇੱਥੇ ਮਿਸਪ੍ਰਿੰਟ ਹੈ, ਬਗੋਏ ਔਂਕੜ ਨਾਲ ਉਚਾਰਨ ਕਰਾਂਗੇ। ਪਾਤਸ਼ਾਹ ਜੀ ਆਖਣ ਲੱਗੇ ਬਗੋਏ ਤੋਂ ਭਾਵ ਆਖ ਕਹਿ ਕਿ ਮੁਕਾਮ ਉਹੀ ਏਕ ਹੈ, ਕਿ ਸਦਾ ਕਾਇਮ ਰਹਿਣ ਵਾਲਾ ਇੱਕ ਮਾਲਕ ਪਰਮੇਸ਼ਰੀ ਹੀ ਹੈ। ਨਾਨਕਾ ਸੱਚ ਬਗੋਏ, ਹੈ ਨਾਨਕ ਇਹ ਅਟਲ ਸੱਚ ਬਚਨ ਕਹਿ ਕਿ ਉਹ ਮਾਲਕ ਇੱਕ ਹੀ ਰਹਿਣ ਵਾਲਾ ਹੈ। ਹੋਰ ਨਾ ਧਰਤੀ, ਨਾ ਸੂਰਜ, ਨਾ ਦਿਨ, ਨਾ ਰਾਤ, ਨਾ ਚੰਦਰਮਾ, ਨਾ ਤਾਰੇ, ਨਾ ਕੋਈ ਜੀਵ ਹੈ। ਇੱਥੇ ਮੁਕਾਮ ਥਿਰ ਰਹਿਣ ਵਾਲਾ ਨਹੀਂ ਹੈ। ਭਾਵੇਂ ਕਿ ਉਹ ਸਾਡੀ ਸੋਚ ਦੇ ਮੁਤਾਬਕ ਬਹੁਤ ਵੱਡੀ ਗੱਲ ਕੀਤੀ ਹੈ, ਪਰ ਇੱਕ ਦਿਨ ਤੇ ਐਸਾ ਹੈ ਸੀ ਨਾ ਜਦੋਂ ਇਹ ਧਰਤੀ ਨਹੀਂ ਸੀ। ਹੋ ਸਕਦਾ ਹੈ ਕਈ ਅਰਬਾਂ ਖਰਬਾਂ ਸਾਲਾਂ ਦੇ ਬਾਅਦ ਇਹ ਦਿਨ ਆਵੇ ਕਿ ਜਦੋਂ ਇਹ ਧਰਤੀ ਵੀ ਜਿਹੜੀ ਹੈ ਉਹ ਨਾ ਰਹੇ, ਪਰ ਸਾਡੀ ਸੋਚ ਤੋਂ ਇਹ ਬਹੁਤ ਪਰੇ ਦੀਆਂ ਗੱਲਾਂ ਨੇ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਹੜਾ ਹੈ ਉਹ ਸਮਝਾ ਰਹੇ ਹਨ। ਖੈਰ ਸਤਿਗੁਰੂ ਜੀ ਰਹਿਮਤ ਕਰਨ ਕਿ ਸਾਡੇ ਸਮਝ ਦੇ ਵਿੱਚ, ਕਿਉਂਕਿ ਕਹਿੰਦੇ ਹੁੰਦੇ ਨੇ ਕਿ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਨਾ, ਪਰ ਜੇ ਉਹਨੂੰ ਅਸੀਂ ਬਾਹਰੀ ਰੂਪ ਦੇ ਵਿੱਚ ਲਈਏ ਤਾਂ ਕਦੇ ਕੁੱਜੇ 'ਚ ਸਮੁੰਦਰ ਪੈ ਨਹੀਂ ਸਕਦਾ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਇਹ ਬਾਣੀ ਦਾ ਭੰਡਾਰ ਹੈ ਜਿਹੜਾ ਬਖਸ਼ਿਆ ਹੈ, ਇਹ ਸਮੁੰਦਰ ਦੇ ਵਾਂਗ ਹੈ। ਇੱਕ ਇੱਕ ਬੂੰਦ, ਇੱਕ ਇੱਕ ਸ਼ਬਦ, ਇੱਕ ਇੱਕ ਪੰਕਤੀ ਹੈ, ਉਹ ਸਾਡੇ ਜੀਵਨ ਨੂੰ ਤਬਦੀਲ ਕਰਨ ਵਾਲੀ ਹੈ। ਕਿ ਅਸੀਂ ਸਮਝ ਲਈਏ ਇਸ ਚੀਜ਼ ਨੂੰ। ਜਦੋਂ ਅਸੀਂ ਇਹਨੂੰ ਆਪਣੇ ਅੰਦਰ ਆਪਣੀ ਬੁੱਧੀ 'ਚ ਬਿਠਾ ਲਵਾਂਗੇ, ਫਿਰ ਜਿਵੇਂ ਜਿਵੇਂ ਇਹ ਬਾਣੀ ਦਾ ਜਿਹੜਾ ਬਹੁਤ ਵੱਡਾ ਬੇਅੰਤ ਜਿਹੜਾ ਪਸਾਰਾ ਹੈ, ਮਾਲਕ ਦਾ ਪਸਾਰਾ ਹੈ, ਉਹੀ ਚੀਜ਼ ਸਾਡੇ ਅੰਦਰ ਆ ਜਾਏਗੀ। ਅਸੀਂ ਸਮਝ ਲਵਾਂਗੇ ਬੜੇ ਸੌਖੇ ਤਰੀਕੇ ਦੇ ਨਾਲ ਕਿ ਆਹ ਚੀਜ਼ ਹੈ, ਆਹ ਚੀਜ਼ ਹੈ। ਹੁਣ ਸਾਇੰਸਦਾਨ ਜਿਹੜੇ ਬਹੁਤ ਪਿਛਲੇ ਸਮੇਂ ਦੇ ਵਿੱਚ ਆਖ ਰਹੇ ਨੇ ਕਿ ਇਸ ਤਰ੍ਹਾਂ ਹੈ, ਪਰ ਗੁਰੂ ਨਾਨਕ ਸਾਹਿਬ ਪਹਿਲਾਂ ਜੀ ਆਖ ਗਏ ਨੇ, ਅਤੇ ਜਿਨ੍ਹਾਂ ਨੇ ਇਹਨੂੰ ਪਹਿਲਾਂ ਹੀ ਇਹ ਚੀਜ਼ ਪੜ੍ਹੀ ਹੋਏਗੀ, ਇਹ ਸਮਝੀ ਹੋਏਗੀ, ਵਿਚਾਰੀ ਹੋਏਗੀ, ਉਹ ਤਾਂ ਆਖ ਦੇਣਗੇ ਕਿ ਤੁਸੀਂ ਅੱਜ ਕਹਿ ਰਹੇ ਹੋ, ਸਾਡਾ ਗੁਰੂ ਤੇ ਬਹੁਤ ਸਮਾਂ ਪਹਿਲਾਂ ਕਹਿ ਗਿਆ ਸੀ ਕਿ ਇਹ ਕੁਝ ਹੈ। ਕਹਿਣ ਤੋਂ ਭਾਵ ਹੈ ਕਿ ਸਮੇਂ ਤੋਂ ਪਹਿਲਾਂ ਇਹ ਚੀਜ਼ਾਂ ਬੁੱਧੀ ਦੇ ਵਿੱਚ ਆ ਜਾਂਦੀਆਂ ਨੇ। ਜੇ ਸਭ ਕੁਝ ਚੱਲਣ ਵਾਲਾ ਹੈ, ਫਿਰ ਆਪਣੇ ਆਪ ਹੀ ਜਿਹੜਾ ਇਨਸਾਨ ਹੈ ਉਹ ਗੁਰੂ ਮਾਲਕ ਦੇ ਭੈ ਵਿੱਚ ਆ ਕਰਕੇ ਆਪਣੇ ਜੀਵਨ ਦੇ ਵਿੱਚੋਂ ਮੰਦੇ ਕਰਮ ਤਿਆਗ ਦੇਵੇਗਾ ਅਤੇ ਚੰਗੇ ਕਰਮ ਕਰੇਗਾ। ਇੱਥੇ ਹੁਣ ਸ਼ਬਦ ਹੈ ਪਿੱਛੇ ਅੰਕ 2 ਡੰਡੀਆਂ 8, ਭਾਵ ਇਸ ਅਸ਼ਟਪਦੀ ਦੇ ਪਦਿਆਂ ਦੀ ਗਿਣਤੀ ਹੈ। ਫਿਰ 2 ਡੰਡੀਆਂ ਨੇ, ਫਿਰ ਹੈ 17। ਇੱਥੇ 17 ਕੀ ਹੈ? ਫਿਰ ਗੁਰੂ ਨਾਨਕ ਸਾਹਿਬ ਜੀ ਦੀਆਂ 17 ਅਸ਼ਟਪਦੀਆਂ ਹੋ ਗਈਆਂ, ਫਿਰ 2 ਡੰਡੀਆਂ। ਅੱਗੇ ਵਿਸ਼ੇਸ਼ ਤੌਰ 'ਤੇ ਇੱਕ ਨੋਟ ਪਾਇਆ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ ਦੇ ਪ੍ਰਥਾਏ ਕਿ ਮਹਿਲੇ ਪਹਿਲੇ
17 ਅਸ਼ਟਪਦੀਆਂ कि पहले पातशाह जी दियां जिहड़ियां ये 17 अष्टपदियां जिहड़ियां इत्थे वो पूर्ण हो चुकियां हन। इत्थे गिनती लिखी है इस करके देखो 17 पिछे पाया होया ना, इसे चीज़ नूं समझाउण वास्ते ये लाइन लिखी सतगुरु जी ने कि इत्थे 17 अष्टपदियां हो गईयां अते इत्थे ये पूर्ण हो गया है। हुण अगे की आरंभता हो रही है, श्री राग महला तीजा घर पहला अष्टपदियां ਅਤੇ ਨਵੇਂ ਸਿਰੇ ਤੋਂ ਮੂਲ ਮੰਤਰ ਵੀ ਉਸੇ ਤਰ੍ਹਾਂ ਮੰਗਲ ਵੀ ਦਰਜ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੀ ਇੱਥੋਂ ਤੱਕ 17 ਹੋ ਗਈਆਂ ਨੇ, ਇਹ ਮਹਿਲੇ ਪਹਿਲੇ ਦੀਆਂ ਨੇ। ਹੁਣ ਅੱਗੇ ਮਹਿਲੇ ਤੀਜੇ ਦੀਆਂ ਸ਼ੁਰੂ ਹੋ ਰਹੀਆਂ ਨੇ। ਇਸ ਕਰਕੇ ਕਿ ਇਹਨਾਂ ਅੰਕਾਂ ਨੂੰ ਸਮਝਾਉਣ ਵਾਸਤੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਹੈ ਉਹ ਨਾਲ-ਨਾਲ ਜਿਹੜਾ ਉਹ ਲਿਖਣਾ ਕੀਤਾ। ਹਾਂਜੀ, ਇਹ ਅੰਕਾਂ ਦੀ ਗਿਣਤੀ ਹੈ, ਇਹ ਸਾਡੀ ਵਿਚਾਰ ਦੇ ਵਾਸਤੇ ਹੈ। ਇਹ ਇੰਜ ਕਹਿ ਲਈਏ ਕਿ ਇਹ ਬਾਣੀ ਦਾ ਰੂਪ ਨਹੀਂ ਹੈ, ਇਹ ਗਿਣਤੀ ਦਾ ਰੂਪ ਹੈ। ਕਿ ਜੇ ਤਾਂ ਅਸੀਂ ਆਹ ਮਗਰਲੇ ਅੰਕ ਪੜ੍ਹਦੇ ਹਾਂ 8 2 ਡੰਡੀਆਂ 17 ਤੇ ਫਿਰ ਇਹ ਵੀ ਪੜ੍ਹ ਲੈਣਾ ਚਾਹੀਦਾ। ਅਤੇ ਜੇ ਅਸੀਂ ਇਹ ਨਹੀਂ ਪੜ੍ਹਦੇ ਤਾਂ ਫਿਰ ਇਹ ਗਿਣਤੀ ਲਿਖੀ ਹੈ, ਗਿਣਤੀ ਅਸੀਂ ਜਿਹੜੀ ਹੈ ਉਹ ਸਮਝਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਲਿਖਿਆ ਹੈ ਕਿ ਇਹ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਇਹਦੇ ਤੋਂ ਸਾਨੂੰ ਸੇਧ ਇਹ ਮਿਲਦੀ ਹੈ ਕਿ ਇੱਥੋਂ ਤੱਕ 17 ਅਸ਼ਟਪਦੀਆਂ ਹੋ ਗਈਆਂ, ਪਰ ਜੋ ਅਗੰਮੀ ਗਿਆਨ ਹੈ ਉਹ ਅਸ਼ਟਪਦੀਆਂ ਦੇ ਵਿੱਚ ਹੈ, ਅੰਕਾਂ ਦੇ ਵਿੱਚ ਨਹੀਂ ਹੈ। ਅੰਕਾਂ ਦੇ ਵਿੱਚ ਸਿਰਫ ਗਿਣਤੀ ਹੈ, ਪਰ ਜੋ ਮਾਲਕ ਜੀ ਨੇ ਜੋ ਦੱਸਿਆ ਹੈ ਕਿ ਧਰਤੀ ਚੱਲਣੀ ਹੈ, ਖਤਮ ਹੋ ਜਾਣਾ ਹੈ, ਸਭ ਕੁਝ ਬਿਨਸਨਹਾਰ ਹੈ, ਮਨੁੱਖ ਨੇ ਵੀ ਜਿਹੜਾ ਰਹਿਣਾ ਨਹੀਂ ਹੈ, ਦਿਨ ਵੀ ਖਤਮ ਹੋਣ ਵਾਲੇ ਨੇ। ਇੱਥੋਂ ਸਾਨੂੰ ਸੋਝੀ ਮਿਲ ਰਹੀ। ਇੱਥੋਂ ਸਾਨੂੰ ਸੋਝੀ ਕੀ ਮਿਲ ਰਹੀ ਹੈ ਕਿ ਇੱਥੋਂ ਤੱਕ 17 ਅਸ਼ਟਪਦੀਆਂ ਨੇ। ਇਹ ਸਤਿਗੁਰੂ ਜੀ ਨੇ ਸਮਝਾਇਆ ਹੈ। ਇਹ ਬਹੁਤ ਘੱਟ ਵਾਰ ਜੇ ਇਹ ਚੀਜ਼ਾਂ ਪੜ੍ਹਨੀਆਂ ਹੁੰਦੀਆਂ ਤਾਂ ਸਤਿਗੁਰੂ ਜੀ ਹਰ ਥਾਂ ਦੇ ਉੱਤੇ ਲਿਖਦੇ। ਇਹ ਸਿਰਫ ਸਮਝਾਉਣ ਵਾਸਤੇ ਸਾਨੂੰ ਲਿਖਿਆ ਹੈ। ਕੋਈ ਵੀ ਸ਼ਬਦ ਜਿਵੇਂ ਆਪਾਂ ਸ਼ੁਰੂ ਕੀਤਾ ਸੀ ਉੱਥੇ ਨਾਲ ਲਿਖਿਆ ਸੀ ਮਹੱਲਾ ਪਹਿਲਾ ਅਤੇ ਨਾਲ ਇੱਕ ਵੀ ਪਾਇਆ ਹੋਇਆ ਸੀ। ਹੁਣ ਪੜ੍ਹਨਾ ਅਸੀਂ ਇੱਕ ਹੀ ਉਹਦੇ ਵਿੱਚੋਂ। ਸਤਿਗੁਰੂ ਜੀ ਨੇ ਉਚਾਰਨ ਦੱਸਿਆ ਕਿ ਉਚਾਰਨ ਕਰਨਾ ਕਿਵੇਂ ਹੈ ਤੁਸੀਂ, ਕਿ ਇਹ ਇੱਕ ਲਿਖਿਆ ਇਹਨੂੰ ਕਿਸ ਤਰ੍ਹਾਂ ਉਚਾਰਨ ਕਰਨਾ। ਇਸ ਕਰਕੇ ਇਹ ਸਾਡੀ ਨੌਲੇਜ ਦੇ ਵਾਸਤੇ ਹੈ ਕਿ ਇੱਥੋਂ ਤੱਕ 17 ਹੋ ਗਈਆਂ ਨੇ। ਹੁਣ ਅੱਗੇ ਹੋਰ ਭਾਵ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਆਰੰਭ ਹੋ ਰਹੀ ਹੈ। ਸੋ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।